ਸਾਹਿਬ ਜੀਓ। ਸੁਣਿਐ ਸਤ ਸੰਤੋਖ ਗਿਆਨ, ਸੁਣਿਐ 68 ਕਾ ਇਸ਼ਨਾਨ। ਸੁਣਿਐ ਪੜ੍ਹ ਪੜ੍ਹ ਪਾਵੈ ਮਾਨ, ਸੁਣਿਐ ਲਾਗੈ ਸਹਿਜ ਧਿਆਨ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ਼। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ਼। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗ ਹੋ ਜੁਗੇ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ ਇਨ੍ਹਾਂ ਪਾਵਨ ਦੀਵਾਨਾਂ ਦੇ ਅੰਦਰ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਤਿਗੁਰਾਂ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤੇ ਅੰਮ੍ਰਿਤ ਬਚਨ, ਜਿਨ੍ਹਾਂ ਪਾਵਨ ਬਚਨਾਂ ਦੀ ਵਿਚਾਰ ਆਪ ਬੜੇ ਪਿਆਰ ਔਰ ਬੜੀ ਇਕਾਗਰਤਾ ਦੇ ਨਾਲ, ਬੜੇ ਉਤਸ਼ਾਹ ਦੇ ਨਾਲ ਸਰਵਣ ਕਰ ਰਹੇ ਹੋ। ਸਤਿਗੁਰ ਕੀ ਪਾਵਨ ਗੋਦ ਵਿੱਚ ਬੈਠ ਕੇ ਬੜੇ ਪਿਆਰ ਨਾਲ ਆਪ ਗੁਰੂ ਸਵਾਰਿਆਂ ਪਾਸੋਂ ਕੀਰਤਨ ਸਰਵਣ ਕਰ ਰਹੇ ਸੋ। ਆਓ ਜੋ ਸਮਾਂ ਸਤਿਗੁਰ ਨੇ ਬਖਸ਼ਿਸ਼ ਕੀਤਾ ਹੈ, ਇਸ ਸਮੇਂ ਦੇ ਅੰਦਰ ਰਹਿ ਕੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਤਿਗੁਰਾਂ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤੇ ਅੰਮ੍ਰਿਤ ਬਚਨ, ਪਾਵਨ ਸ੍ਰੀ ਜਪਜੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਅੰਦਰੋਂ ਇਹ 10ਵੀਂ ਪੌੜੀ ਦਾ ਪਾਠ ਸਾਧ ਸੰਗਤ ਆਪ ਜੀ ਨੇ ਸਰਵਣ ਕੀਤਾ ਹੈ। ਆਓ ਇਹਨਾਂ ਅੰਮ੍ਰਿਤ ਬਚਨਾਂ ਨੂੰ ਵਿਚਾਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ। ਆਪਣੇ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਸਤਿਗੁਰੂ ਦੇ ਚਰਨਾਂ ਵਿੱਚ। ਦਿਓ ਅਸੀਸ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਪਾਵਨ ਸ੍ਰੀ ਜਪਜੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਸਚਿਆਰ ਬਣਨ ਦੀ ਜਾਂਚ ਸਾਨੂੰ ਦੱਸ ਰਹੇ ਨੇ ਵੀ ਤੂੰ ਜੀਵਨ ਦੇ ਵਿੱਚ ਸਚਿਆਰ ਕਿਵੇਂ ਬਣ ਸਕਦਾ ਹੈ। ਕਿਉਂਕਿ ਸਾਧ ਸੰਗਤ ਜੇ ਜੀਵਨ ਵਿੱਚ ਕੁਝ ਬਣਨਾ ਹੈ ਤੇ ਜਿਸ ਜੈਸਾ ਬਣਨਾ ਹੈ ਉਸ ਜੈਸੇ ਗੁਣ ਵੀ ਧਾਰਨ ਕਰਨੇ ਪੈਂਦੇ ਨੇ। ਜਦੋਂ ਅਸੀਂ ਆਪਣੇ ਬੱਚੇ ਤੋਂ ਇਹ ਉਮੀਦ ਰੱਖਦੇ ਹਾਂ ਕਿ ਸਾਡਾ ਬੱਚਾ ਚੰਗਾ ਪੜ੍ਹ ਕੇ ਡਾਕਟਰ ਬਣ ਜਾਏ, ਤੇ ਧਿਆਨ ਦੇਣਾ ਡਾਕਟਰ ਸਿਰਫ ਡਰੈਸ ਪਾ ਕੇ ਨਹੀਂ ਬਣਿਆ ਜਾਂਦਾ, ਵਰਦੀ ਪਾ ਕੇ ਨਹੀਂ ਬਣਿਆ ਜਾਂਦਾ, ਜਾਂ ਨਾਮ ਦੇ ਨਾਲ ਆਪਣੀ ਮਰਜ਼ੀ ਨਾਲ ਡਾਕਟਰ ਲਿਖ ਕੇ ਡਾਕਟਰ ਨਹੀਂ ਬਣਿਆ ਜਾਂਦਾ। ਡਾਕਟਰ ਬਣਨ ਦੇ ਲਈ ਜੀਵਨ ਵਿੱਚ ਉਸ ਕੁਆਲਿਟੀ ਨੂੰ, ਉਹਨਾਂ ਗੁਣਾਂ ਨੂੰ ਵੀ ਧਾਰਨ ਕਰਨਾ ਪੈਂਦਾ ਹੈ। ਇੱਕ ਬੇਸ ਹੈ ਐਜੂਕੇਸ਼ਨ ਦਾ, ਉਸ ਬੇਸ ਨੂੰ, ਉਸ ਐਜੂਕੇਸ਼ਨ ਨੂੰ ਆਪਣੇ ਜੀਵਨ ਵਿੱਚ ਪ੍ਰੈਕਟੀਕਲ ਰੂਪ ਵਿੱਚ ਧਾਰਨ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਰੱਬੀ ਗੁਣ ਨੇ, ਜਿਨ੍ਹਾਂ ਗੁਣਾਂ ਨੂੰ ਅਸੀਂ ਆਪਣੇ ਜੀਵਨ ਵਿੱਚ ਧਾਰਨ ਕਰਨਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਉਹ ਗੁਣ ਤੂੰ ਆਪਣੇ ਜੀਵਨ ਵਿੱਚ ਧਾਰਨ ਕਰੇਗਾ ਤਾਂ ਤੂੰ ਇਸ ਜਗਤ, ਇਸ ਸੰਸਾਰ, ਇਸ ਮਾਲਕ ਦੀ ਬਣਾਈ ਹੋਈ ਕੁਦਰਤ ਦੇ ਅੰਦਰ ਉਸ ਕਾਦਰ ਦੇ ਨਾਲ ਜੁੜ ਪਾਏਗਾ। ਸਚਿਆਰ ਬਣਨਾ
ਸੱਚੇ ਗੁਣਾਂ ਨੂੰ ਧਾਰਨ ਕਰਨਾ ਹੈ। ਔਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਇਸ ਪਾਵਨ ਅੰਮ੍ਰਿਤ ਪੌੜੀ ਦੇ ਅੰਦਰ ਅੱਜ ਜੋ ਉਪਦੇਸ਼ ਬਖਸ਼ਦੇ ਨੇ, ਕੋਮਨ ਵਿਚਾਰ ਜਿਹੜੀ ਇਹਨਾਂ 4 ਪੌੜੀਆਂ ਵਿੱਚ ਚੱਲ ਰਹੀ ਹੈ, ਉਹ ਅਖੀਰਲੀਆਂ 2 ਪੰਕਤੀਆਂ ਨੇ। ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ਼। ਹੈ ਨਾਨਕ ਜੀ, ਭਗਤਾਂ ਦੇ ਮਨ ਵਿੱਚ ਸਦਾ ਹੀ ਖਿੜਾਓ ਹੈ। ਭਗਤ ਆਤਮਿਕ ਜੀਵਨ ਦੇ ਆਨੰਦ ਨੂੰ ਸਦਾ ਹੀ ਮਾਣਦੇ ਨੇ। ਜੀਵਨ ਦੀਆਂ ਕੰਡੀਸ਼ਨਾਂ, ਜੀਵਨ ਦੀਆਂ ਪਰਿਸਥਿਤੀਆਂ ਬਦਲਦੀਆਂ ਨੇ। ਕਦੇ ਜੀਵਨ ਵਿੱਚ ਸੁੱਖ ਆ ਗਿਆ, ਕਦੇ ਜੀਵਨ ਵਿੱਚ ਦੁੱਖ ਆ ਗਿਆ, ਕਦੇ ਜੀਵਨ ਵਿੱਚ ਹਰਖ ਆ ਗਿਆ, ਕਦੇ ਜੀਵਨ ਵਿੱਚ ਸੋਗ ਆ ਗਿਆ, ਕਦੇ ਜੀਵਨ ਵਿੱਚ ਮਾਣ ਮਿਲਿਆ, ਕਦੇ ਕਿਸੇ ਥਾਂ ਤੇ ਅਪਮਾਨ ਆ ਗਿਆ, ਕਦੇ ਕਿਤੇ ਆਸ ਪੂਰੀ ਹੋ ਗਈ, ਕਿਤੇ ਮਨ ਦੀਆਂ ਮਨਸਾਵਾਂ ਰਹਿ ਗਈਆਂ। ਇਹ ਜੀਵਨ ਦੀਆਂ ਕੰਡੀਸ਼ਨਾਂ, ਜੀਵਨ ਦੇ ਨਾਲ ਨਾਲ ਜੀਵਨ ਦੀਆਂ ਅਵਸਥਾਵਾਂ ਬਦਲਦੀਆਂ ਨੇ। ਪਰ ਸਤਿਗੁਰ ਕਹਿੰਦੇ ਨੇ ਜਿਹੜਾ ਭਗਤ ਹੈ ਉਹ ਇਹਨਾਂ ਅਵਸਥਾਵਾਂ ਦੇ ਅਨੁਸਾਰ ਜੀਵਨ ਨਹੀਂ ਜਿਉਂਦਾ। ਵੀ ਦੁੱਖ ਹੋਇਆ ਤੇ ਦੁਖੀ ਹੋ ਗਿਆ, ਸੁੱਖ ਆਇਆ ਤੇ ਖੁਸ਼ ਹੋ ਗਿਆ, ਮਾਣ ਮਿਲਿਆ ਤੇ ਬੜਾ ਖੁਸ਼ ਹੋਇਆ। ਜੇ ਕਿਸੇ ਨੇ ਕੁਝ ਮਾੜਾ ਬੋਲ ਦਿੱਤਾ, ਫਿੱਕਾ ਬੋਲ ਦਿੱਤਾ ਤੇ ਬਹੁਤ ਦੁਖੀ ਹੋ ਗਿਆ। ਭਗਤ ਦੇ ਜੀਵਨ ਦੇ ਅੰਦਰ ਇਹ 2 ਭਾਵ ਕਦੇ ਵੀ ਨਹੀਂ ਹੁੰਦੇ। ਭਗਤ ਦੇ ਜੀਵਨ ਦੇ ਅੰਦਰ ਡੁਐਲਿਟੀ ਕਦੇ ਵੀ ਨਹੀਂ ਹੁੰਦੀ। ਭਗਤ ਸਦਾ ਹੀ ਆਤਮਿਕ ਖਿੜਾਓ ਵਿੱਚ ਜੀਵਨ ਜਿਉਂਦਾ ਹੈ। ਇਸੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਕਿਉਂਕਿ ਮਾਰਗ ਔਖਾ ਹੈ। ਇੱਕੋ ਅਵਸਥਾ ਨੂੰ ਬਣਾ ਕੇ ਰੱਖਣਾ ਜੀਵਨ ਦੇ ਵਿੱਚ ਮਾਰਗ ਔਖਾ ਹੈ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ। ਬਸ ਆ ਜੀਵਨ ਦਾ ਮਾਰਗ ਹੈ। ਉਹ ਪ੍ਰਮਾਤਮਾ ਦੇ ਫਲਸਫੇ ਨੂੰ ਸਮਝ ਲੈਂਦੇ ਨੇ, ਰੱਬ ਦੀ ਕੁਦਰਤ ਵਿੱਚੋਂ ਕਿਵੇਂ ਵਿਚਰਨਾ ਹੈ, ਉਹਨਾਂ ਨੂੰ ਇਸ ਜੀਵਨ ਜੁਗਤ ਗੁਰੂ ਦੇ ਚਰਨਾਂ ਵਿੱਚੋਂ ਮਿਲ ਜਾਂਦੀ ਹੈ। ਤੇ ਸਤਿਗੁਰ ਕਹਿੰਦੇ ਨੇ, ਆਪ ਮੈਂ ਤੈਨੂੰ ਜੀਵਨ ਜੁਗਤ ਦੱਸਾਂ। ਭਗਤਾਂ ਦੇ ਜੀਵਨ ਵਿੱਚ ਸਦਾ ਖੇੜਾਓ ਹੈ, ਸਦਾ ਹੀ ਖੇੜਾ ਹੈ। ਤੇ ਇਸ ਕਰਕੇ ਸਤਿਗੁਰ ਕਹਿੰਦੇ ਨੇ, ਸੁਣੇ ਦੁੱਖ ਪਾਪ ਕਾ ਨਾਸ਼। ਭਗਤਾਂ ਦੇ ਜੀਵਨ ਦੇ ਵਿੱਚੋਂ ਦੁੱਖ ਤੇ ਪਾਪ ਨਾਸ਼ ਹੋ ਜਾਂਦੇ ਨੇ। ਕਿਉਂ? ਕਿਉਂਕਿ ਉਹ ਸਦਾ ਆਪਣੇ ਸਤਿਗੁਰੂ ਦੇ ਉਪਦੇਸ਼ ਨੂੰ ਸੁਣਦੇ ਨੇ। ਉਹ ਸਦਾ ਆਪਣੇ ਸਤਿਗੁਰੂ ਦੇ ਉਪਦੇਸ਼ ਨੂੰ ਸੁਰਤ ਦੇ ਟਿਕਾਓ ਦੇ ਨਾਲ ਸੁਣਦੇ ਨੇ। ਉਹਨਾਂ ਦਾ ਸੁਣਨਾ ਸਾਡੇ ਸੁਣਨੇ ਵਰਗਾ ਨਹੀਂ ਹੈ। ਧਿਆਨ ਦੇਣਾ, ਮੈਂ ਕੱਲ ਵੀ ਬੇਨਤੀ ਕੀਤੀ ਸੀ ਸਾਧ ਸੰਗਤ, ਸੁਣਨਾ ਤਾਂ ਹੀ ਸਫਲ ਹੈ ਜੇ ਸੁਣਦਿਆਂ ਹੋਇਆਂ ਮਨ ਟਿਕਾਓ ਵਿੱਚ ਹੈ। ਜਿਹਨੂੰ ਤੁਸੀਂ ਸੁਣ ਰਹੇ ਹੋ, ਜਿਵੇਂ ਸਾਧ ਸੰਗਤ ਸਕਰੀਨ ਤੇ ਸ਼ਬਦ ਚੱਲਦਾ ਹੈ ਨਾ, ਜਦੋਂ ਰਾਗੀ ਸਾਹਿਬਾਨ ਸ਼ਬਦ ਪੜ੍ਹ ਰਹੇ ਸਨ, ਆਪ ਵੇਖ ਰਹੇ ਸੋ ਸਕਰੀਨ ਤੇ ਸ਼ਬਦ ਚੱਲ ਰਿਹਾ ਸੀ। ਹੁਣ ਜਦੋਂ ਤੁਸੀਂ ਸ਼ਬਦ ਤੁਹਾਡੇ ਕੰਨਾਂ ਵਿੱਚ ਪੈ ਰਿਹਾ ਤੇ ਨਾਲ ਨਾਲ ਤੁਹਾਡੀਆਂ ਅੱਖਾਂ ਸਕਰੀਨ ਤੋਂ ਸ਼ਬਦ ਪੜ੍ਹ ਰਹੀਆਂ ਨੇ, ਉਸ ਚੀਜ਼ ਦਾ ਪ੍ਰਭਾਵ ਤੁਹਾਡੇ ਤੇ ਡਬਲ ਹੋ ਰਿਹਾ, 2 ਗੁਣਾ ਹੋ ਰਿਹਾ। ਇੱਕ ਸ਼ਬਦ ਤੁਸੀਂ ਸਿਰਫ ਕੰਨਾਂ ਨਾਲ ਸੁਣ ਰਹੇ ਹੋ, ਕਈ ਵਾਰੀ ਸੁਣਿਆ ਹੋਇਆ, ਕਿਉਂਕਿ ਅਸੀਂ ਇੰਨੀ ਸਮਝ ਰੱਖਣ ਵਾਲੇ ਨਹੀਂ, ਨਾ ਸਾਨੂੰ ਬਾਣੀ ਦਾ ਗੂੜ ਗਿਆਨ ਹੈ, ਅਰਥਾਂ ਦੀ ਸਮਝ ਹੈ। ਪਰ ਜਦੋਂ ਸ਼ਬਦ ਸਕਰੀਨ ਤੇ ਸਾਡੇ ਸਾਹਮਣੇ ਆਉਂਦਾ ਹੈ, ਸਾਡੇ ਮਨ ਦੇ ਅੰਦਰ ਉਸ ਨੂੰ, ਉਸ ਸ਼ਬਦ ਨੂੰ ਹੋਰ ਜ਼ਿਆਦਾ ਸਮਝਣ ਦੇ ਲਈ ਮਦਦ ਮਿਲਦੀ ਹੈ। ਇਸੇ ਤਰ੍ਹਾਂ ਸਤਿਗੁਰ ਕਹਿੰਦੇ ਨੇ, ਜਦੋਂ ਤੂੰ ਗੁਰੂ ਦੇ ਉਪਦੇਸ਼ ਨੂੰ ਸੁਣਨਾ ਹੈ, ਜੇ ਤੇਰੇ ਸਾਹਮਣੇ ਸਕਰੀਨ ਨਹੀਂ ਵੀ ਲੱਗੀ ਹੋਈ ਤੇ ਉਹਨਾਂ ਸ਼ਬਦਾਂ ਨੂੰ ਤੂੰ ਆਪਣੇ ਨੇਤਰਾਂ ਦੀ ਇਸ ਸਕਰੀਨ ਦੇ ਉੱਪਰ, ਆਪਣੇ ਦਿਮਾਗ ਦੀ ਸਕਰੀਨ ਦੇ ਉੱਪਰ ਉਹ ਸ਼ਬਦ ਦੀਆਂ ਪੰਕਤੀਆਂ ਨੂੰ ਚਲਾ, ਅੰਤਰਾਤਮੇ ਉਹਨਾਂ ਸ਼ਬਦ ਪੰਕਤੀਆਂ ਨੂੰ ਤੂੰ ਪੜ੍ਹ। ਫਿਰ ਤੇਰੇ ਜੀਵਨ ਦੇ ਵਿੱਚ ਪ੍ਰਭਾਵ 2 ਗੁਣਾ ਜ਼ਿਆਦਾ ਹੋਏਗਾ, ਡਬਲ ਹੋਏਗਾ। ਇਸੇ ਕਰਕੇ ਸਤਿਗੁਰ ਕਹਿੰਦੇ ਨੇ, ਭਗਤ ਸੁਣਦੇ ਨੇ ਤੇ ਸੁਣਨ ਦੇ ਨਾਲ ਉਹਨਾਂ ਦੇ ਜੀਵਨ ਵਿੱਚੋਂ ਦੁੱਖ ਵੀ ਚਲੇ ਗਏ, ਪਾਪ ਵੀ ਚਲੇ ਗਏ। ਕਿਉਂ? ਕਿਉਂਕਿ ਉਹਨਾਂ ਨੂੰ ਸੁਣਨ ਦੇ ਨਾਲ ਸਮਝ ਆ ਗਈ ਕਿ ਮੈਂ ਦੁੱਖਾਂ ਦੇ ਵਿੱਚ ਦੁਖੀ ਕਿਉਂ ਹੋ ਰਿਹਾ, ਮੇਰੀ ਸੁਰਤ ਦੇ ਅੰਦਰ ਇਹਨੇ ਪਾਪ ਕਿਉਂ ਪੈਦਾ ਹੋ ਰਹੇ ਨੇ। ਜਦੋਂ ਸਮਝ ਆ ਗਈ, ਫਿਰ ਬੰਦਾ ਉਹਨਾਂ ਚੀਜ਼ਾਂ ਨੂੰ ਦੂਰ ਕਰਨ ਦਾ ਯਤਨ ਕਰਦਾ ਹੈ। ਸਾਧ ਸੰਗਤ, ਅਸੀਂ ਕਿਉਂ ਪਿੱਛੇ ਰਹਿ ਗਏ ਹਾਂ? ਕਿਉਂਕਿ ਅਸੀਂ ਸਮਝਿਆ ਹੀ ਨਹੀਂ।
ਅਜੇ ਸਾਨੂੰ ਪਤਾ ਹੀ ਨਹੀਂ ਚੱਲ ਰਿਹਾ ਵੀ ਸਾਡੇ ਅੰਦਰ ਇਹ ਜਿਹੜੀ ਉਥਲ ਪੁਥਲ ਹੈ ਕਿਉਂ ਹੋ ਰਹੀ ਹੈ। ਜਿੱਦਣ ਸਮਝ ਹੈ ਬਾਹਰ ਮੁਖੀ ਸਾਨੂੰ ਸਾਰੀ ਸਮਝ ਹੈ। ਮੰਨ ਲਓ ਸਾਧ ਸੰਗਤ, ਘਰ ਦੀ ਖਿੜਕੀ ਖੁੱਲੀ ਰਹਿ ਗਈ, ਬੜੀ ਤੇਜ਼ ਬਾਰਿਸ਼ ਆਈ, ਖਿੜਕੀ ਦੇ ਰਾਹੀਂ ਪਾਣੀ ਅੰਦਰ ਆ ਗਿਆ। ਬੰਦਾ ਕਿਤੇ ਘਰੋਂ ਬਾਹਰ ਗਿਆ ਸੀ, ਜਿਵੇਂ ਘਰ ਦਾ ਦਰਵਾਜ਼ਾ ਖੋਲ੍ਹਿਆ, ਅੰਦਰ ਕਮਰੇ ਦੇ ਪਾਣੀ ਹੈ। ਇਹਦਾ ਸਭ ਤੋਂ ਪਹਿਲਾ ਧਿਆਨ ਉਸ ਖਿੜਕੀ ਵੱਲ ਜਾਂਦਾ ਹੈ ਤੇ ਮੱਥੇ ਤੇ ਹੱਥ ਮਾਰ ਕੇ ਕਹਿੰਦਾ ਹੈ, ਓਹੋ ਅੱਜ ਖਿੜਕੀ ਖੁੱਲੀ ਰਹਿ ਗਈ ਹੈ। ਇਸ ਖਿੜਕੀ ਖੁੱਲੀ ਰਹਿਣ ਦੇ ਕਾਰਨ ਘਰ ਦੇ ਵਿੱਚ ਪਾਣੀ ਆ ਗਿਆ। ਇਹਨੂੰ ਪਤਾ ਲੱਗ ਗਿਆ ਨਾ, ਕਿਉਂਕਿ ਇਹਦੀ ਸੁਰਤ ਜਾਗ ਰਹੀ ਸੀ। ਇਹਦਾ ਪਹਿਲਾ ਧਿਆਨ ਹੀ ਇਸ ਪਾਸੇ ਗਿਆ ਵੀ ਅੰਦਰ ਪਾਣੀ ਆਇਆ ਕਿਉਂ, ਔਰ ਪਾਣੀ ਆਉਣ ਦਾ ਕਾਰਨ ਇਹਨੂੰ ਸਾਹਮਣੇ ਨਜ਼ਰ ਆ ਗਿਆ, ਖਿੜਕੀ ਖੁੱਲੀ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ, ਜਿਸ ਵੇਲੇ ਤੇਰੇ ਅੰਦਰ ਇਹ ਭਾਵ ਪੈਦਾ ਹੋਏਗਾ ਕਿ ਮੇਰੀ ਸੁਰਤ ਦੇ ਅੰਦਰ ਇਹ ਮੈਲ ਆਈ ਕਿਉਂ, ਆਖਰ ਕੋਈ ਖਿੜਕੀ ਤੇ ਖੁੱਲੀ ਰਹੀ ਹੋਏਗੀ ਨਾ, ਜਾਂ ਅੱਖਾਂ ਦੀ ਖਿੜਕੀ, ਜਾਂ ਕੰਨਾਂ ਦੀ ਖਿੜਕੀ, ਜਾਂ ਜੇਬਾਂ ਦੀ, ਕੋਈ ਤੇ ਖਿੜਕੀ ਖੁੱਲੀ ਰਹਿ ਗਈ ਹੋਏਗੀ ਨਾ। ਜਿਸ ਖਿੜਕੀ ਨੇ ਸੱਚ ਨਹੀਂ ਸਮਝਿਆ ਤੇ ਅੰਦਰ ਗੰਦਗੀ ਦਾ ਆਣਾ ਸੁਭਾਵਿਕ ਹੈ, ਮਿੱਟੀ ਦਾ ਆਣਾ ਸੁਭਾਵਿਕ ਹੈ, ਅੰਦਰ ਗੰਦਗੀ ਪੈਦਾ ਹੋਣਾ ਸੁਭਾਵਿਕ ਹੈ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਨ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੈ ਸਾਧ, ਮਨ ਸੋਇਆ ਮਾਇਆ ਬਿਸਮਾਦ। ਤਾਂ ਹੀ ਪਾਤਸ਼ਾਹ ਕਹਿੰਦੇ ਨੇ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਜ ਜਨਾ ਸਿਵ ਸੰਗ ਨਾ ਛੁਟਕਿਓ, ਅਦਿਕ ਅਹੰਗ ਬੁੱਧ ਬਾਧੇ। ਖਿੜਕੀਆਂ ਨਹੀਂ ਸਮਝੇ ਅੰਦਰ ਗੰਦਗੀ ਕਿਉਂ ਆ ਰਹੀ ਹੈ। ਜ਼ੋਰ ਦਿੱਤਾ ਹੈ ਪਾਠ ਕਰਨ ਤੇ, ਜ਼ੋਰ ਦਿੱਤਾ ਹੋਇਆ ਹੈ ਹੋਰ ਸਾਧਨਾ ਦੇ ਉੱਪਰ, ਪਰ ਇਸ ਗੱਲ ਤੇ ਜ਼ੋਰ ਨਹੀਂ ਹੈ ਕਿ ਮੇਰੇ ਅੰਦਰ ਜਿਹੜੀ ਮਲੀਨਤਾ ਆ ਰਹੀ ਹੈ, ਮੈਂ ਕਿਸੇ ਨੂੰ ਮਾੜਾ ਵੇਖਿਆ ਹੈ, ਮੈਂ ਕਿਸੇ ਪ੍ਰਤੀ ਮਾੜਾ ਬੋਲਿਆ ਹੈ, ਮੈਂ ਕਿਸੇ ਦੀ ਨਿੰਦਾ ਸੁਣੀ ਹੈ, ਇਹ ਗੰਦਗੀ ਮੇਰੇ ਅੰਦਰ ਤਾਂ ਭਰੀ ਜਾ ਰਹੀ ਹੈ, ਇਸ ਗੱਲ ਤੇ ਧਿਆਨ ਦਿੱਤਾ ਹੀ ਨਹੀਂ। ਤੇ ਸਤਿਗੁਰ ਕਹਿੰਦੇ ਨੇ, ਭਗਤ ਸੁਣਦੇ ਨੇ ਤੇ ਉਹ ਧਿਆਨ ਦਿੰਦੇ ਨੇ ਵੀ ਮੇਰੇ ਅੰਦਰ ਦੁੱਖ ਪੈਦਾ ਕਿਉਂ ਹੋ, ਦੁਖੀ ਕਿਉਂ ਆ ਮੈਂ ਅੰਦਰੋਂ। ਦੁੱਖ ਸੁਭਾਵਿਕ ਹੈ ਸਾਧ ਸੰਗਤ, ਇਹ ਪ੍ਰਮਾਤਮਾ ਦੀ ਦਾਤ ਹੈ। ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਇਹ ਜੀਵਨ ਦੇ ਵਿੱਚ ਆਣਗੇ। ਸੁੱਖ ਹੈ ਕੋ ਦੁੱਖ ਅਗਲਾ, ਪਰ ਪਾਤਸ਼ਾਹ ਕਹਿੰਦੇ ਨੇ ਮਨਮੁਖ ਬੂਝ ਨਾ ਪਾਏ। ਹੁਣ ਸਤਿਗੁਰ ਜੀ ਇਸ ਪੌੜੀ ਅੰਦਰ ਕਹਿੰਦੇ ਨੇ, ਸੁਣਿਐ ਸਤ ਸੰਤੋਖ ਗਿਆਨ, ਇਹਨਾਂ ਤਿੰਨਾਂ ਸ਼ਬਦਾਂ ਤੇ ਥੋੜਾ ਵਿਸ਼ਰਾਮ ਦੇ ਕੇ ਸਾਧ ਸੰਗਤ, ਕਿਉਂਕਿ ਤਿੰਨੇ ਸ਼ਬਦ ਵੱਖੋ ਵੱਖਰੇ ਅਰਥ ਰੱਖਦੇ ਨੇ। ਇੱਥੇ ਤਿੰਨੇ ਸ਼ਬਦਾਂ ਦੇ ਅੰਦਰ ਪ੍ਰਕਰਨ ਵੱਖਰਾ ਹੈ। ਪਾਤਸ਼ਾਹ ਕਹਿੰਦੇ ਨੇ, ਜਦੋਂ ਤੂੰ ਪਰਮਾਤਮਾ ਦੇ ਨਾਮ ਨੂੰ ਸੁਰਤ ਦੇ ਇਕਾਗਰਤਾ ਦੇ ਨਾਲ ਸੁਣੇਗਾ, ਨਾਮ ਮੀਨਿੰਗ ਪਰਮਾਤਮਾ ਦੇ ਦਿੱਤੇ ਹੋਏ ਗੁਣ, ਉਹਦੇ ਗੁਣਾਂ ਦੇ ਰਾਹੀਂ ਸਾਨੂੰ ਉਹਦੇ ਪਸਾਰੇ ਦੀ ਸਮਝ ਆਉਂਦੀ ਹੈ। ਬਾਬਾ ਕਬੀਰ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ। ਕਬੀਰ ਜੀ ਕਹਿੰਦੇ ਨੇ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਕਹਿੰਦੇ ਮੇਰੇ ਵੀਰ ਦੇਖੋ, ਮੇਰੇ ਜੀਵਨ ਦੇ ਵਿੱਚ ਗਿਆਨ ਦੀ ਹਨੇਰੀ ਆ ਗਈ ਹੈ। ਧਿਆਨ ਦੇਣਾ, ਦੇਖੋ ਭਾਈ ਗਿਆਨ ਕੀ ਆਈ ਆਂਦੀ। ਹੁਣ ਜਦੋਂ ਹਨੇਰੀ ਆਈ, ਆਪਾਂ ਵੇਖਦੇ ਹਾਂ ਸਾਧ ਸੰਗਤ, ਜਦੋਂ ਹਵਾ ਬਹੁਤ ਤੇਜ਼ ਆਂਦੀ ਹੈ, ਉਹ ਜਿਹੜੀਆਂ ਚੀਜ਼ਾਂ ਥਿਰ ਹੁੰਦੀਆਂ ਨੇ, ਇੱਕ ਥਾਂ ਤੇ ਪਈਆਂ ਹੁੰਦੀਆਂ ਨੇ, ਉਹਨਾਂ ਚੀਜ਼ਾਂ ਨੂੰ ਵੀ ਹਵਾ ਉਡਾ ਕੇ ਦੂਜੇ ਪਾਸੇ ਕਰ ਦਿੰਦੀ ਹੈ। ਉਹ ਜਗ੍ਹਾ, ਆਪਣੀ ਜਗ੍ਹਾ ਤੋਂ ਦੂਜੇ ਪਾਸੇ ਚਲੀਆਂ ਜਾਂਦੀਆਂ ਨੇ ਚੀਜ਼ਾਂ, ਕਿਉਂਕਿ ਹਵਾ ਦਾ ਵੇਗ ਇੰਨਾ ਤੇਜ਼ ਸੀ। ਧੰਨ ਗੁਰੂ ਨਾਨਕ ਪਾਤਸ਼ਾਹ, ਗੁਰੂ ਗ੍ਰੰਥ ਸਾਹਿਬ ਜੀ, ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਜਦੋਂ ਹਨੇਰੀ ਆਈ ਨਾ ਗਿਆਨ ਦੀ, ਸਭੈ ਉਡਾਨੀ ਭ੍ਰਮ ਕੀ ਟਾਟੀ, ਇਸ ਹਵਾ ਨੇ, ਇਸ ਹਨੇਰੀ ਨੇ, ਗਿਆਨ ਨੇ ਮੇਰੇ ਅੰਦਰੋਂ ਭਰਮ ਦੀਆਂ ਦੀਵਾਰਾਂ ਤੋੜ ਦਿੱਤੀਆਂ। ਜਿਹੜਾ ਮੇਰਾ ਮਨ ਪਹਿਲੋਂ ਭਰਮਾਂ ਦੇ ਵਿੱਚ ਭਟਕਦਾ ਸੀ, ਮਨ ਅੰਦਰ ਬੜੇ ਭਰਮ ਨੇ ਸਾਧ ਸੰਗਤ, ਬੜੇ ਭੁਲੇਖੇ ਨੇ। ਇਹਨੇ ਅਸੀਂ ਤੇ ਜੀ ਕੋਮਨ ਥੋੜੇ ਭੁਲੇਖਿਆਂ ਵਿੱਚ, ਵੀਰਵਾਰ ਨੂੰ ਸਿਰ ਨਹੀਂ ਧੋਣਾ, ਫਲਾਣੇ ਦਿਨ ਨੂੰ ਕੱਪੜੇ ਨਹੀਂ ਧੋਣੇ, ਅਸੀਂ ਤੇ ਅਜੇ ਇਹਨਾਂ ਬਹੁਤ ਛੋਟੀਆਂ ਚੀਜ਼ਾਂ ਦੇ ਵਿੱਚ ਇੰਨੇ ਉਲਝੇ ਹੋਏ ਹਾਂ। ਉਂਝ ਅਸੀਂ ਖਾਲਸੇ ਹਾਂ, ਮੈਂ ਬੇਨਤੀ ਕਰਦੇ ਹਾਂ, ਉਂਝ ਅਸੀਂ ਖਾਲਸੇ ਹਾਂ, ਉਂਝ ਅਸੀਂ ਦੁਨੀਆ ਤੋਂ ਨਿਵੇਕਲੇ ਹਾਂ। ਪਰ ਸੱਚ ਇਹ ਹੈ, ਜਦੋਂ ਜੀਵਨ ਵੇਖਣੇ ਆ, ਜੀਵਨ ਜਾਂਚ ਸਾਡੀ ਵੀ ਉੱਥੇ ਖੜੀ ਹੋਈ ਹੈ। ਅਸੀਂ ਆਪਣੇ ਆਪ ਨੂੰ ਕਿਉਂ ਬਦਲਣਾ ਨਹੀਂ ਚਾਹੁੰਦੇ? ਕਿਉਂਕਿ ਅਸੀਂ ਬਾਣੀ ਸਮਝਣਾ ਨਹੀਂ ਚਾਹੁੰਦੇ। ਬਾਣੀ ਨੂੰ ਸਮਝਿਆ ਬਦਲਾਵ ਸੰਭਵ ਹੈ, ਨਿਸ਼ਚਿਤ ਹੈ ਹੋਏਗਾ, ਪਰ ਜੇ ਬਾਣੀ ਨੂੰ ਸਮਝਾਂਗੇ ਨਹੀਂ ਤੇ ਸਾਧ ਸੰਗਤ, ਬਦਲਾਵ ਦੀ
ਕਾਮਨਾ ਕੀਤੀ ਨਹੀਂ ਜਾ ਸਕਦੀ। ਫਿਰ ਤੇ ਅਸੀਂ ਗੁਰਮਤ ਦੀ ਗੱਲ ਕਰਨ ਵਾਲੇ ਬੰਦੇ ਨੂੰ ਵੀ ਆਖਾਂਗੇ ਗੰਦਾ ਬੰਦਾ ਗਲਤ ਬੋਲਦਾ ਹੈ, ਇਨਸਾਨ ਗਲਤ ਬੋਲ ਰਿਹਾ ਹੈ। ਹਾਲਾਂਕਿ ਉਹ ਗੁਰਮਤ ਦੀ ਗੱਲ ਕਰ ਰਿਹਾ ਹੈ, ਪਰ ਸਾਨੂੰ ਗੁਰਮਤ ਦੀ ਸੋਝੀ ਨਹੀਂ, ਇਸ ਕਰਕੇ ਸਾਡੇ ਲਈ ਉਹ ਗਲਤ ਬੋਲ ਰਿਹਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਦੋਂ ਸੁਣੇਗਾ ਫਿਰ ਤੇਰੇ ਜੀਵਨ ਦੇ ਅੰਦਰ ਸੱਤ ਆਏਗਾ। ਤਾਂ ਹੀ ਬਾਬਾ ਜੀ ਕਹਿੰਦੇ ਨੇ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੈ ਉਡਾਨੀ ਪ੍ਰਭ ਕੀ ਟਾਟੀ ਰਹਿ ਨਾ ਮਾਇਆ ਬਾਂਦੀ। ਹੁਣ ਮਾਇਆ ਦੀ ਖਿੱਚ ਖਤਮ ਹੋ ਗਈ, ਪਦਾਰਥਾਂ ਦੀ ਖਿੱਚ ਖਤਮ ਹੋ ਗਈ। ਹੁਣ ਸਮਝ ਆ ਗਈ ਮੇਰੇ ਮਾਲਕ ਜੀ ਇਹ ਚੀਜ਼ਾਂ ਜਿਹੜੀਆਂ ਨੇ ਇਹ ਮੇਰੇ ਜੀਵਨ ਦੇ ਵਰਤਨ ਵਾਸਤੇ ਨੇ, ਇਹਨਾਂ ਦੇ ਨਾਲ ਚਿੱਤ ਨਹੀਂ ਜੋੜਨਾ ਮੈਂ। ਪਾਤਸ਼ਾਹ ਕਹਿੰਦੇ ਨੇ ਸਭੈ ਉਡਾਨੀ ਭਰਮ ਕੀ ਟਾਟੀ ਰਹਿ ਨ ਮਾਇਆ ਬਾਂਦੀ ਦੂ ਚੀਤੇ ਕੀ ਦੋਇ ਥੂਨ ਗਿਰਾਨੀ। ਜਿਹੜੀਆਂ ਦੁਵਿਧਾ ਦੀਆਂ ਦੋ ਥੂਨ ਭਾਵ ਜਿਹੜੀਆਂ ਦੋ ਦੀਵਾਰਾਂ ਖੜੀਆਂ ਸਨ, ਪਿੱਲਰ ਖੜੇ ਸਨ, ਇਸ ਹਨੇਰੀ ਨੇ ਉਹ ਦੋਵੇਂ ਪਿੱਲਰ ਤੋੜ ਦਿੱਤੇ। ਦੂ ਚੀਤੇ ਦੀਆਂ ਦੁਵਿਧਾ ਦੀਆਂ ਡੁਐਲਿਟੀ ਦੇ ਪਿੱਲਰ ਤੋੜ ਦਿੱਤੇ। ਦੂ ਚੀਤੇ ਕੀ ਦੋਇ ਥੂਨ ਗਿਰਾਨੀ ਮੋਹ ਬਲੇਡਾ ਟੂਟਾ। ਮੋਹ ਦਾ ਬਲੇਡਾ ਟੁੱਟ ਗਿਆ, ਮੋਹ ਦੀ ਅੰਦਰੋਂ ਜਿਹੜੀ ਸ਼ਤੀਰ ਸੀ ਉਹ ਟੁੱਟ ਗਈ। ਤਿਸ਼ਨਾ ਸ਼ਾਨ ਭਰੀ ਤਰੀ ਉੱਪਰ ਦੁਰਮਤ ਭਾਂਡਾ ਫੂਟਾ। ਤਿਸ਼ਨਾ ਛੱਤ ਥੱਲੇ ਡਿੱਗੀ ਤੇ ਸਤਿਗੁਰ ਕਹਿੰਦੇ ਨੇ ਜਿਹੜਾ ਥੱਲੇ ਦੁਰਮਤ ਦਾ ਭਾਂਡਾ ਭੈੜੀ ਮਤ ਦਾ ਭਾਂਡਾ ਸੀ ਉਹ ਵੀ ਬਚ ਗਿਆ। ਬਸ ਹੁਣ ਇਹ ਹਨੇਰੀ ਸਾਡੇ ਜੀਵਨ ਅੰਦਰ ਆ ਜਾਏ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਦੋਂ ਆਏਗੀ ਜਦੋਂ ਬੜੀ ਧਿਆਨ ਔਰ ਇਕਾਗਰਤਾ ਦੇ ਨਾਲ ਆਪਣੇ ਸਤਿਗੁਰ ਦੇ ਉਪਦੇਸ਼ ਨੂੰ ਸੁਣੇਗਾ। ਸੁਣੇ ਸਤ ਸੰਤੋਖ ਗਿਆਨ। ਸੁਣਨ ਦੇ ਨਾਲ ਸਤ ਦਾ ਇੱਥੇ ਤੱਤਾ ਥੱਲੇ ਔਂਕੜ ਹੈ, ਇਹਦਾ ਮਤਲਬ ਹੈ ਦਾਨ। ਜਿਹਨੂੰ ਸ਼ਬਦ ਤਿੰਨ ਨੇ ਸਾਧ ਸੰਗਤ ਬਾਣੀ ਅੰਦਰ ਤਿੰਨ ਰੂਪਾਂ ਵਿੱਚ ਸਤ ਸ਼ਬਦ ਆਉਂਦਾ ਹੈ। ਇੱਕ ਸਤ ਦੇ ਥੱਲੇ ਤੱਤੇ ਨੂੰ ਔਂਕੜ, ਇੱਕ ਸਤ ਦੀ ਤੱਤੇ ਨੂੰ ਸਿਹਾਰੀ ਤੇ ਇੱਕ ਸਤ ਮੁਕਤਾ। ਜਿੱਥੇ ਸਤ ਦੇ ਤੱਤੇ ਨੂੰ ਸਿਹਾਰੀ ਆਏਗੀ ਸਾਧ ਸੰਗਤ, ਉੱਥੇ ਸਤ ਸ਼ਬਦ ਦਾ ਭਾਵ ਹੈ ਸਦੀਵੀ ਹਾਜ਼ਰ ਨਾਜ਼ਰ। ਜਿਵੇਂ ਆਪ ਸ਼ਬਦ ਪੜ੍ਹਦੇ ਹੋ ਸਤਨਾਮ, ਇਸੇ ਤਰ੍ਹਾਂ ਜਿੱਥੇ ਸ਼ਬਦ ਦੇ ਸਤ ਦੇ ਥੱਲੇ ਨੂੰ ਔਂਕੜ ਆਏਗਾ ਇਹਦਾ ਮਤਲਬ ਹੈ ਦਾਨ। ਸਤਿਆ ਮਨ ਸੰਤੋਖ ਉਪਜੈ ਦੇਣੇ ਕਹਿ ਵਿਚਾਰ। ਇਹ ਸ਼ਬਦ ਤੁਸੀਂ ਬਾਣੀ ਦੇ ਵਿੱਚੋਂ ਪੜ੍ਹਦੇ ਹੋ। ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਜਤ ਸਤ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਇਹ ਸ਼ਬਦ ਪੜ੍ਹਦੇ ਹੋ ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸਦ ਬਹਾਲੇ ਪਾਸ। ਹੁਣ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਸੁਣੇਗਾ ਸਤਿਗੁਰ ਦੇ ਨਾਮ ਨੂੰ, ਸਤ ਦਾ ਮਤਲਬ ਹੈ ਦਾਨੀ, ਦਾਨ। ਤੈਨੂੰ ਸਮਝ ਆ ਜਾਏਗੀ ਵੀ ਸੰਸਾਰ ਦੇ ਅੰਦਰ ਇਸ ਜਗਤ ਦੇ ਅੰਦਰ ਤੂੰ ਦਾਨ ਕਿਹੜਾ ਕਰਨਾ ਹੈ। ਤਾਂ ਦੇ ਨਾਲ ਦਾਨ ਦੇਣ ਦਾ ਸੁਭਾਅ ਤੇਰੇ ਅੰਦਰ ਪੈਦਾ ਹੋਏਗਾ। ਸਤ ਸੰਗਤ ਦਾਨ ਅਸੀਂ ਬੜਾ ਕਰਨੇ ਆ। ਦੇਖੋ ਗੁਰਦੁਆਰਿਆਂ ਦੇ ਅੰਦਰ ਕਿੰਨਾ ਸੋਨਾ ਦਾਨ ਕੀਤਾ ਜਾ ਰਿਹਾ ਹੈ, ਕਿੰਨੇ ਪਦਾਰਥ ਦਾਨ ਕੀਤੇ ਜਾ ਰਹੇ ਨੇ। ਪਰ ਪਾਤਸ਼ਾਹ ਕਹਿੰਦੇ ਨੇ ਸੁਣਨ ਦੇ ਨਾਲ ਤੈਨੂੰ ਸਮਝ ਵਿੱਚ ਆਏਗੀ ਵੀ ਤੂੰ ਦਾਨ ਕਰਨਾ ਕਿੱਥੇ ਹੈ ਤੇ ਕਿਵੇਂ ਕਰਨਾ ਹੈ। ਸਾਡਾ ਜ਼ੋਰ ਸਾਧ ਸੰਗਤ ਮੈਂ ਫਿਰ ਬੇਨਤੀ ਕਰਾਂ, ਮੈਂ ਹੱਥ ਜੋੜ ਕੇ ਤੁਹਾਡੇ ਚਰਨਾਂ ਵਿੱਚੋਂ ਮਾਫੀ ਮੰਗ ਲਵਾਂ, ਪਰ ਗੁਰਦੁਆਰਿਆਂ ਦੇ ਅੰਦਰ ਲੱਗਾ ਹੋਇਆ ਇਹ ਸੋਨਾ, ਮੈਂ ਨਹੀਂ ਕਹਿੰਦਾ ਗੁਰੂ ਘਰ ਨਾ ਸਵਾਰੋ, ਚੰਗੇ ਬਣਾਓ, ਸੋਹਣੇ ਬਣਾਓ, ਪਰ ਇੱਕ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ, ਆਪਣੀ ਕੌਮ ਨੂੰ ਸੰਭਾਲੋ, ਆਪਣੇ ਕੌਮ ਦੇ ਭਵਿੱਖ ਨੂੰ ਸੰਭਾਲੋ, ਬੱਚਿਆਂ ਨੂੰ ਸੰਭਾਲੋ। ਸਾਡੇ ਕੋਲੋਂ ਆਪਣੇ ਬੱਚੇ ਨਹੀਂ ਸੰਭਾਲੇ ਜਾ ਰਹੇ। ਮੈਂ ਹੈਰਾਨ ਹੁਣਾ ਸਾਧ ਸੰਗਤ 84 ਦੇ ਅੰਦਰ ਜਿਹੜੇ ਪਰਿਵਾਰ ਜਿਨ੍ਹਾਂ ਦੇ ਘਰਾਂ ਦੇ ਅੰਦਰ ਕਮਾਉਣ ਵਾਲੇ ਸੱਜਣ ਜੀ ਚਲੇ ਗਏ, ਜਿਨ੍ਹਾਂ ਦੀਆਂ ਔਰਤਾਂ ਵਿਧਵਾਵਾਂ ਹੋਈਆਂ, ਉਹਨਾਂ ਦੀਆਂ ਵਿਧਵਾਵਾਂ ਪੈਨਸ਼ਨ ਤੇ ਲਾ ਦਿੱਤੀਆਂ ਗਈਆਂ ਦਿੱਲੀ ਕਮੇਟੀ ਵੱਲੋਂ, ਪਰ ਉਹਨਾਂ ਨੂੰ ਮਿਲਦੀਆਂ ਨੇ ਕਿ ਨਹੀਂ ਮਿਲਦੀਆਂ ਇਹ ਪੁੱਛਣ ਵਾਲਾ ਕੋਈ ਨਹੀਂ। ਉਹਨਾਂ ਦੇ ਬੱਚੇ ਨਸ਼ਿਆਂ ਦੇ ਅੰਦਰ ਗਰਕ ਹੋ ਗਏ, ਐਜੂਕੇਸ਼ਨ ਤੋਂ ਵਾਂਝੇ ਰਹਿ ਗਏ, ਪੜ੍ਹਾਈ ਤੋਂ ਵਾਂਝੇ ਰਹਿ ਗਏ। ਕਿੱਥੇ ਖੜੇ ਆ ਅਸੀਂ? ਮੇਰੇ ਸਤਿਗੁਰ ਨੇ ਆਖਿਆ ਕਿਸੇ ਕੂੜ ਸੋਇਨਾ ਕੂੜ ਰੂਪਾ। ਅਸੀਂ ਤੇ ਗੁਰਦੁਆਰਿਆਂ ਦੀਆਂ ਦੀਵਾਰਾਂ ਸੋਨੇ ਦੀਆਂ ਮੜ ਦਿੱਤੀਆਂ। ਮੈਨੂੰ ਮਾਫ ਕਰਨਾ, ਬੜਿਆਂ ਨੂੰ ਇਹ ਬੋਲ ਕੌੜੇ ਲੱਗਣੇ ਨੇ ਜਿਹੜੇ ਇਹਨਾਂ ਦਾਨ ਕਰਦੇ ਨੇ। ਮੇਰੀ ਹੱਥ ਜੋੜ ਕੇ ਉਹਨਾਂ ਨੂੰ ਵੀ ਬੇਨਤੀ ਹੈ, ਦਾਨ ਦੇਣ ਲੱਗਿਆਂ ਆਪਣੀ ਸੁਰਤ, ਆਪਣੀ ਅਕਲ ਦੀ ਵਰਤੋਂ ਜ਼ਰੂਰ ਕਰੋ। ਮੈਂ ਨਹੀਂ ਕਹਿ ਰਿਹਾ,
ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਕਹਿ ਰਹੀ ਹੈ। ਪੜੋ ਮੇਰੇ ਸਤਿਗੁਰ ਦੇ ਪਾਵਨ ਬਚਨ। ਪਾਤਸ਼ਾਹ ਕਹਿੰਦੇ ਨੇ, ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੂਝੀਐ, ਅਕਲੀ ਕੀਚੈ ਦਾਨ। ਸਤਿਗੁਰ ਕਹਿੰਦੇ ਨੇ ਦਾਨ ਵੀ ਅਕਲ ਦੇ ਨਾਲ ਹੈ। ਐਵੇਂ ਭਰੇ ਦੇ ਪੇਟ ਨੂੰ ਭਰੀ ਜਾਣਾ ਇਹ ਦਾਨ ਥੋੜਾ ਹੈ। ਅਸੀਂ ਆਪ ਲੰਗਰ ਬਣਾਇਆ, ਆਪ ਹੀ ਬੈਠ ਕੇ ਖਾ ਲਿਆ ਤੇ ਅਸੀਂ ਕਹਿ ਦਿੱਤਾ ਗੁਰੂ ਕਾ ਲੰਗਰ। ਮੈਨੂੰ ਮਾਫ ਕਰਨਾ, ਗੁਰੂ ਕਾ ਲੰਗਰ ਨੀਡੀ ਪਰਸਨ ਵਾਸਤੇ ਹੈ, ਜ਼ਰੂਰਤਮੰਦ ਬੰਦੇ ਵਾਸਤੇ ਹੈ। ਗੁਰੂ ਕਾ ਲੰਗਰ ਆਪਣੇ ਪੇਟ ਭਰਨ ਵਾਸਤੇ ਨਹੀਂ ਹੈ। ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਧ ਸੰਗਤ ਜੀ, ਇਹਨਾਂ ਗੱਲਾਂ ਨੂੰ ਸਮਝੀਏ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਅਜੇ ਤੂੰ ਸੁਣਿਆ ਹੀ ਨਹੀਂ, ਇਸ ਕਰਕੇ ਤੈਨੂੰ ਦਾਨ ਵੀ ਨਹੀਂ ਦੇਣਾ ਆਇਆ, ਤੈਨੂੰ ਦੇਣਾ ਵੀ ਨਹੀਂ ਆਇਆ, ਤੂੰ ਦੇਣਾ ਕਿੱਥੇ ਹੈ? ਦਾਤਾਂ ਦੇ ਪਰਮਾਤਮਾ ਦੀਆਂ ਨੇ, ਅਸੀਂ ਦਾਨੀ ਤੇ ਨਹੀਂ ਆ। ਅਸੀਂ ਤੇ ਉਹਦੀਆਂ ਦਿੱਤੀਆਂ ਦਾਤਾਂ ਨੂੰ ਵਰਤ ਰਹੇ ਹਾਂ ਸੰਸਾਰ ਵਿੱਚ। ਜਿੱਥੇ ਕੋਈ ਸਾਨੂੰ ਲੱਗਦਾ ਹੈ ਵੀ ਸਾਡਾ ਭਰਾ, ਸਾਡੀ ਭੈਣ ਕੋਈ ਜ਼ਰੂਰਤਮੰਦ ਹੈ, ਅਸੀਂ ਉਹਦੇ ਨਾਲ ਸ਼ੇਅਰ ਕਰਨੇ ਆ। ਪਰ ਸਤਿਗੁਰ ਕਹਿੰਦੇ ਨੇ, ਜਿਹੜੀ ਤੂੰ ਸ਼ੇਅਰ ਕਰ ਰਿਹਾ ਹੈ, ਇਹ ਵੀ ਵੇਖ ਕੇ ਕਰ ਵੀ ਕਿੱਥੇ ਜ਼ਰੂਰਤ ਹੈ ਕਰਨ ਦੀ। ਜੇ ਅਨ ਜ਼ਰੂਰਤ ਥਾਂ ਤੇ ਜਿੱਥੇ ਜ਼ਰੂਰਤ ਨਹੀਂ ਉੱਥੇ ਦੇ ਦਿੱਤਾ ਤੇ ਤੇਰਾ ਦਿੱਤਾ ਕੋਈ ਮਾਇਨੇ ਨਹੀਂ ਰੱਖਦਾ। ਤੇਰੇ ਦਿੱਤੇ ਹੋਏ ਦਾ ਤਾਂ ਹੀ ਲਾਭ ਹੈ ਜੇ ਕਿਸੇ ਦੇ ਘਰ ਤੱਕ, ਕਿਸੇ ਦੀ ਜ਼ਰੂਰਤ ਤੱਕ ਪਹੁੰਚ ਜਾਏ। ਧੰਨ ਗੁਰੂ ਨਾਨਕ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਸੁਣੇ ਸਤ ਸੰਤੋਖ। ਸੰਤੋਖ ਦਾ ਮਤਲਬ ਹੁੰਦਾ ਹੈ ਕੰਟੈਂਟਮੈਂਟ। ਸੰਤੋਖ ਟਿਕਾਓ, ਇਕਾਗਰਤਾ ਦੀ ਇੱਕ ਭਾਵਨਾ, ਇੱਕ ਐਸੀ ਭਾਵਨਾ ਜਿਹਦੇ ਨਾਲ ਮਨ ਦੀ ਭਟਕਣਾ ਬਾਹਰ ਮੁਖੀ ਖਤਮ ਹੋ ਜਾਏ। ਸੰਤੋਖ ਬੜਾ ਜ਼ਰੂਰੀ ਹੈ ਸਾਧ ਸੰਗਤ। ਸਬਰ ਇਹ ਸਵਾਓ। ਜੇ ਤੂੰ ਬੰਦਾ ਦ੍ਰਿੜ ਕਰੇ, ਜੇ ਤੇਰੇ ਜੀਵਨ ਵਿੱਚ ਬੰਦਿਆ ਸਬਰ ਆ ਜਾਏ, ਜੇ ਤੇਰੇ ਜੀਵਨ ਵਿੱਚ ਟਿਕਾਓ ਆ ਜਾਏ, ਸੰਤੋਖ ਆ ਜਾਏ, ਵੱਧ ਥੀਵੇਂ ਦਰਿਆਓ, ਤੂੰ ਦਰਿਆ ਨਾਲੋਂ ਵੱਧ ਜਾਏਗਾ, ਬਹੁਤ ਵੱਡਾ ਵਿਸ਼ਾਲ ਸਾਗਰ ਬਣ ਜਾਏਗਾ। ਘਟ ਨਾ ਥੀਵੇ ਵਾਹੜਾ। ਤੇਰੇ ਅੰਦਰ ਸੰਤੋਖ ਦੀ ਭਾਵਨਾ ਆ ਜਾਏ, ਸੰਤੋਖ ਦੀ ਭਾਵਨਾ ਆਏਗੀ ਤੇ ਅੰਦਰੋਂ ਤ੍ਰਿਸ਼ਨਾ ਮਰ ਜਾਏਗੀ। ਬੰਦਾ ਥੋੜੇ ਵਿੱਚ ਵੀ ਰੱਬੀ ਬਾਣੀ ਵਿੱਚ ਰਹੇਗਾ। ਜਿਹਨੂੰ ਗੁਰੂ ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ ਨੇ, ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਪੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤਹੀ ਰਾਜਾਂ। ਸਤਿਗੁਰ ਜੇ ਮੈਨੂੰ ਭੁੱਖ ਵੀ ਮਿਲੇ ਤੇਰੇ ਬਾਣੀ ਵਿੱਚ, ਜਿਹਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ, ਦੇਖ ਫਰੀਦ ਪਰਾਈ ਚੋਪੜੀ ਨਾ ਤਰਸਾਏ ਜੀਓ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਐਵੇਂ ਪਰਾਈ ਚੋਪੜੀ ਨੂੰ ਵੇਖ ਕੇ ਕਿਉਂ ਤਰਸਾ ਰਿਹਾ ਆਪਣੇ ਮਨ ਨੂੰ? ਅੰਦਰ ਸੰਤੋਖ ਦੀ ਭਾਵਨਾ ਰੱਖ। ਜੋ ਰੁੱਖੀ ਸੁੱਖੀ ਰੱਬ ਨੇ ਦਿੱਤੀ ਉਹਨੂੰ ਜੀਵਨ ਦਾ ਆਧਾਰ ਬਣਾ। ਆਪਣੇ ਜੀਵਨ ਵਿੱਚ ਮਿਹਨਤ ਕਰ। ਐਸਾ ਨਹੀਂ ਉਦਮ ਨਾ ਕਰ, ਮਿਹਨਤ ਕਰ। ਪਰ ਜੋ ਕੁਝ ਤੈਨੂੰ ਆਪਣੇ ਕਰਮ ਕਰਨ ਦੇ ਨਾਲ, ਮਿਹਨਤ ਨਾਲ ਮਿਲਦਾ ਹੈ, ਉਹਦੇ ਵਿੱਚ ਰੱਬ ਦਾ ਸ਼ੁਕਰ ਕਰ। ਬਾਣੀ ਦਾ ਵੀ ਬਚਨ ਤੁਸੀਂ ਪੜ੍ਹਦੇ, ਸਾਹਿਬ ਕਹਿੰਦੇ ਨੇ, ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰੇ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਨ ਦਾ ਕਿਛ ਨਾਹੀਂ ਵਿਸੂਰੇ, ਪ੍ਰਭ ਸੋ ਪ੍ਰਭ ਚਿਤ ਨਾ ਆਵੇ ਵਿਸ਼ਟਾ ਕੇ ਕੀਰੇ। ਜੇ ਰੱਬ ਚੇਤੇ ਵਿੱਚ ਨਹੀਂ, ਜੇ ਉਹਦੇ ਹੁਕਮ ਵਿੱਚ ਜੀਵਨ ਨਹੀਂ ਜੀਆ ਜਾ ਰਿਹਾ, ਤੇ ਸਤਿਗੁਰ ਕਹਿੰਦੇ ਨੇ, ਬਸੰਤ ਸਵਰਗ ਲੋਕੈ ਜਿਤ ਤੇ ਪ੍ਰਿਥਵੀ ਨਵਖੰਡ ਨੇ, ਬਿਸਰੰਤ ਹਰ ਗੋਪਾਲੇ ਨਾਨਕ ਤੇ ਪ੍ਰਾਣੀ ਉਦਿਆਨ ਪਰਮ ਨੇ। ਸੁਣਿਆ ਸਤ ਸੰਤੋਖ ਗਿਆਨ। ਗਿਆਨ ਸਤਿਗੁਰ ਕਹਿੰਦੇ ਨੇ ਤੈਨੂੰ ਸੋਝੀ ਆ ਜਾਏਗੀ, ਤੈਨੂੰ ਸਮਝ ਆ ਜਾਏਗੀ ਸਤ ਦਾਨ ਕਿਵੇਂ ਕਰਨਾ ਹੈ। ਸੰਤੋਖ ਦਾ ਤੈਨੂੰ ਨੌਲੇਜ ਆ ਜਾਏਗੀ ਵੀ ਸੰਤੋਖ ਕੀ ਹੈ, ਸੰਤੋਖੀ ਕਿਵੇਂ ਜੀਵਨ ਜੀਆ ਜਾਂਦਾ ਹੈ, ਸੰਤੋਖੀ ਕਿਵੇਂ ਬਣਿਆ ਜਾਂਦਾ ਹੈ। ਤੇਰੇ ਅੰਦਰ ਗਿਆਨ ਪੈਦਾ ਹੋਏਗਾ, ਨੌਲੇਜ ਸਮਝ ਆ ਜਾਏਗੀ ਤੈਨੂੰ ਇਹਨਾਂ ਗੱਲਾਂ ਦੀ। ਮੈਂ ਫਿਰ ਬੇਨਤੀ ਕਰਦੇ ਹਾਂ ਸਾਧ ਸੰਗਤ, ਸਮਝ ਲਈ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਖਜ਼ਾਨੇ ਨੂੰ ਪੜ੍ਹਨਾ ਪਏਗਾ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਇਹਨੂੰ ਖੋਲ ਕੇ ਵੇਖਣਾ ਪਏਗਾ। ਅਜੇ ਅਸੀਂ ਖੋਲ ਕੇ ਵੇਖਣਾ ਸ਼ੁਰੂ ਨਹੀਂ ਕੀਤਾ, ਇਸ ਕਰਕੇ ਅਸੀਂ ਬਾਹਰ ਭਟਕ ਰਹੇ ਹਾਂ। ਕਦੀ ਕਿਸੇ ਕੋਲੋਂ ਜਾ ਕੇ ਪੁੱਛਦੇ ਹਾਂ, ਕਦੀ ਕਿਸੇ ਕੋਲੋਂ ਜਾ ਕੇ ਪੁੱਛਦੇ ਹਾਂ। ਅਸੀਂ ਤੇ ਪੁੱਛਣਾ ਗਿਛਣਾ ਦੇ ਵਿੱਚ ਸਾਰਾ ਜੀਵਨ ਲੰਘਾ ਦਿੱਤਾ ਹੈ। ਸਾਡੀ ਨਿਗਾਹ ਵਿੱਚ ਉਹ ਜਿਹੜੇ ਸਾਡੇ ਛੋਟੇ ਛੋਟੇ ਕੁਐਸਚਨ ਨੇ, ਜਿਨ੍ਹਾਂ ਦਾ ਸਵਾਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਰੋਜ਼ ਦੇ ਰਹੀ ਹੈ, ਅਸੀਂ ਤੇ ਉਹ ਲੋਕਾਂ ਕੋਲੋਂ ਪੁੱਛ ਰਹੇ ਹਾਂ। ਫਿਰ ਕਹਿੰਦੇ ਹਾਂ ਵੀ ਇਹ ਤੇ ਬੜਾ ਸਿਆਣਾ ਹੈ, ਇਹ ਤੇ ਬ੍ਰਹਮ ਗਿਆਨੀ ਹੈ, ਇਹ ਤੇ ਪਹੁੰਚਿਆ ਹੋਇਆ ਹੈ। ਮੈਂ ਬੇਨਤੀ ਕਰਦੇ ਹਾਂ, ਇਹ ਬ੍ਰਹਮ ਦਾ ਗਿਆਨ ਤੁਹਾਨੂੰ ਤੁਹਾਡੇ ਪਿਤਾ ਦਾਦਾ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਗੁਰੂ ਨਾਨਕ ਸਾਹਿਬ ਦੇ ਕੇ ਗਏ ਨੇ। ਤੁਸੀਂ ਕਿਉਂ ਸਿਆਣੇ ਨਹੀਂ ਬਣ ਜਾਂਦੇ? ਤੁਸੀਂ ਕਿਉਂ ਦੂਜਿਆਂ ਦੇ ਆਸਰਿਆਂ ਤੇ ਟਿਕੇ ਹੋਏ ਹੋ? ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਸੁਣੇ ਸਤ ਸੰਤੋਖ ਗਿਆਨ,
ਤੈਨੂੰ ਗਿਆਨ ਦੀ ਸਮਝ ਆ ਜਾਏਗੀ, ਤੈਨੂੰ ਪਤਾ ਲੱਗ ਜਾਏਗਾ ਕਬੀਰ ਮੈਂ ਜਾਣਿਓ ਪੜਬੋ ਪਲੋ ਪੜ ਬੇਸਿਓ ਪਲ ਜੋਗ ਭਗਤ ਨਾ ਛੋਡੋ ਰਾਮ ਕੀ ਭਾਵੇਂ ਨਿੰਦੋ ਲੋਗ। ਤੈਨੂੰ ਸਮਝ ਆ ਜਾਏਗੀ कि हम जानते थे इलम से कुछ जानेंगे मगर जाना तो ये जाना कि जाना कुछ भी नहीं। वो भी बंदा अधूरा है ਜਿਹੜਾ 4 ਅੱਖਰ ਪੜ ਕੇ ਤੇ 4 ਅੱਖਰਾਂ ਦਾ ਹੀ ਮਾਣ ਕਰ ਬੈਠੇ। ਗਿਆਨ ਦਾ ਮਤਲਬ ਹੈ ਸੋਝੀ ਆ ਜਾਣੀ। ਗਿਆਨ ਦਾ ਮਤਲਬ ਇਹ ਨਹੀਂ ਵੀ ਗਿਆਨ ਹਾਸਲ ਕਰਕੇ ਤੇ ਗਿਆਨ ਦਾ ਹੀ ਹੰਕਾਰ ਕਰ ਲੈਣਾ। बड़े ऐसे ने ताई सतगुर ने बाणी विच आख्या पढ़ पढ़ गड्डी लदी है पढ़ पढ़ भरी है साथ पढ़ पढ़ बेड़ी पाई है पढ़ पढ़ गड्डी है खाद पढ़ी है जेते बरस बरस पढ़ी है जेते मास पढ़ी है जेती आरजा पढ़ी है जेते सास नानक लेख्या एक गल होर होमै चखना। झाक साहब कहते ने सुनिया 68 का इशनान। जो सुनेगा सतगुर के उपदेश नूं फिर 68 तीर्थां दा इशनान तेनू सतगुर के शब्द नूं सुन के हो जाएगा। अजे तो असी तीर्थां ते भटक रहे हैं। कोई किसी तीरथ ते जा रहा है साध संगत, कोई किसी थां ते जा रहा है। सतगुर ने ते जिस प्रयोजन लई बनाए सन थावां असी उन्हां प्रयोजनां नूं ही भुल गए। कदी गोइंदवाल साहब जी की धरती ते जाओ, मेरे सतगुर ने बौली बनवाई सी लोकां दे पानी दी जल दी जरूरत पूरी करन दे लई। पानी नहीं सी उत्थे, बड़ा डूंगा सी। ये इतिहास विचों मिलदा है भी जदों पानी डूंगा खुदाई कीती गई उत्ते एक परत सी जिन्हों तोड़न दे नाल पानी थल्लियों बड़ी वेग नाल निकल सकदा सी। गुरु के प्यारे सिख ने अपनी जिंदगी की परवाह कीतियां तो बिना उस कड़ नूं तोड़िया सी। ये जरूरत सी उस वेले। असी उत्थे 84 पौड़ियां बना दित्तियां। एक पौड़ी ते जब बैठ चुब्बी मार के आओ, फिर पौड़ी ते बैठ के जपजी साहब का पाठ करो, फिर पानी चो चुब्बी मार के आओ, फिर पौड़ी ते बैठ के जपजी साहब का पाठ करो। कमाल दी गल है। मेरे सतगुर गुरु नानक पातशाह कहते ने तू समझ बाणी नूं अपने जीवन विच असी किस कमे लग गए हैं। 84 कट्टी जाएगी साडी इस तरह। किहड़ी 84 कटनी चाहते हैं असी? मेरे सतगुर पातशाह जी कहते ने असंख ही परमात्मा तेरियां जूना ने जिन्हां दी गिनती कोई नहीं। असी 84 बाहर मुखी कट्टन ते लगे हुए हैं। सतगुर कहते ने सुन सतगुर दे उपदेश नूं भावना दे नाल प्यार दे नाल जदों सुनेगा सुरत दे नाल टिक के फिर 68 तीर्थां दा इशनान तेनू गुरु दे शब्द विच हो जाएगा। तीर्थ नामन जाओ तीर्थ नाम है, तीर्थ शब्द विचार अंतर ज्ञान है। बस अंदर दा ज्ञान ये तेरे लिए तीर्थ बन जाएगा। हुण रोज इहदे अंदर चुब्बी मार, रोज इहदे अंदर इशनान कर, रोज इहदे अंदर नहा, तेनू कोई नहीं रोकेगा। पर सतगुर कहंदे ने एवें बाहर मुखी तीर्थां ते भटकी जाना है, कोई लाभ नहीं इन्हां तीर्थां ते भटकन दा। साहब कहंदे ने सुनिया पढ़ पढ़ पावे मान। फिर बंदा जो सतगुर दे उपदेश नूं सुनदा है वो गुरु दे उपदेश नूं पढ़ के सुन के मान हासिल करदा है। जिवें बंदा संसार दी एजुकेशन पढ़ाई नूं पढ़दा है, पढ़ पढ़ के उन्होंने संसार विच नामना मिलता है। जिहड़ा संसार विच पढ़ाई एजुकेशन नूं बड़े उच्चे पद्धर ते समझदा है उन्होंने संसार विच नामना मिलता है, मान मिलता है, वो किसी न किसी पदवी ते पहुँचता है। सतगुर कहंदे ने इसे तरह जो तू सतगुर के नाम नूं सुनेगा फिर तेनू सतगुर की निगाह दे विच मान मिलेगा। तू रब की कुदरत विच प्रवान हो जाएगा। तेनू दूजे के दुख नूं समझण दी समझ आ जाएगी। तेरे लिए संसार परमात्मा का ये बनाया एक घर नजर आएगा। तेरे लिए हर जीव उस परमात्मा की रचना तेनू समझ आ जाएगी। तेनू पता लग जाएगा एक पिता एक कसके हम बारिक तो मेरा गुरहाई सुने पढ़ पढ़ पावे मान। फिर पातशाह कहते हैं सुने लागे सहज ध्यान। जो सुनेगा सतगुर कहते हैं तेरा जिहड़ा ध्यान है सुरत है, लागे का मतलब है लगना, सहज का मतलब है सहज विच आत्मक अडोलता दे विच तेरा ध्यान दे विच आत्मक अडोलता आ जाएगी। तेरा ध्यान सुभावक ही सतगुर के चरणों नाल उपदेश नाल जुड़ जाएगा। हुण तेनू बाहर मुखी अडंबर करन दी जरूरत नहीं है, समाधियां लाण दी जरूरत नहीं पेगी। हुण बाहर मुखी दिखावा करन दी जरूरत नहीं पेगी। अखां बंद करके हाथ विच माला फड़न दी जरूरत नहीं पेगी। असीं ते जे बाहर मुखी हाथां विच माला ही फड़ फड़ के उन्हां नूं फेरी जा रहे हैं। असीं कहने शायद यही धर्म है। मेरे सतगुर पातशाह कहंदे नहीं, जे माला फेरनी है ते नाम नूं परमात्मा दे उपदेश नूं माला बना लै। हर श्वास दे अंदर नाम जप, वेख फिर परमात्मा दे नाम नूं जपन दा कितना आनंद आएगा।
कबीर जपनी काठ की क्या दिखलावे लोए, ਹਿਰਦੈ ਰਾਮ ਨਾ ਚੇਤਈਏ ਜਪਨੀ ਕਿਆ ਹੋਏ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਕਬੀਰ ਸੁਣਿਆ ਸਤ ਸੰਤੋਖ ਗਿਆਨ, ਜਦੋਂ ਸਤਿਗੁਰ ਦੇ ਉਪਦੇਸ਼ ਨੂੰ ਸੁਣ ਲਏਗਾ ਫਿਰ ਤੇਰੇ ਅੰਦਰ ਸਹਿਜ ਧਿਆਨ ਆ ਜਾਏਗਾ, ਲੱਗ ਗਿਆ ਸਹਿਜ ਧਿਆਨ। ਪਾਤਸ਼ਾਹ ਕਹਿੰਦੇ ਨੇ ਫਿਰ ਤੇਰੀ ਸੁਰਤ ਸਹਿਜ ਵਿੱਚ ਆਤਮਕ ਅਡੋਲਤਾ ਦੇ ਵਿੱਚ ਟਿਕ ਜਾਏਗੀ, ਭਾਵ ਤੇਰੀ ਸੁਰਤ ਕਦੀ ਡੋਲੇਗੀ ਨਹੀਂ, ਭਟਕੇਗੀ ਨਹੀਂ। ਜਿਹਨੂੰ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਮੇਰੇ ਸਤਿਗੁਰ ਜੀ ਨਾ ਤੂੰ ਡੋਲਦਾ ਨਾ ਅਸੀਂ ਡੋਲਾਂਗੇ, ਕਿਉਂ? ਕਿਉਂਕਿ ਤੂੰ ਅਡੋਲ ਹੈ। ਅਡੋਲ ਦੀ ਸ਼ਰਨ ਲੈ ਲਈ ਤੇ ਅਸੀਂ ਵੀ ਅਡੋਲ ਹੋ ਗਏ। ਇਸੇ ਕਰਕੇ ਸਤਿਗੁਰ ਕਹਿੰਦੇ ਨੇ ਭਗਤਾਂ ਦੇ ਜੀਵਨ ਵਿੱਚ ਸਦਾ ਵਿਕਾਸ ਹੈ, ਕਿਉਂਕਿ ਭਗਤਾਂ ਨੇ ਗੁਰੂ ਦੇ ਉਪਦੇਸ਼ ਨੂੰ ਸੁਣ ਲਿਆ ਹੈ। ਸਾਧ ਸੰਗਤ, ਆ ਹੁਣ ਜਿੰਨੇ ਗੁਣ ਅਸੀਂ ਸਤਿਗੁਰ ਦੀ ਬਾਣੀ ਵਿੱਚੋਂ ਸਮਝ ਰਹੇ ਹਾਂ ਨਾ, ਇਹ ਸੁਣਨ ਦੀ ਦਾਤ ਹੈ। ਤੇ ਜੇ ਅਜੇ ਸਾਡੇ ਅੰਦਰ ਇਹ ਕੁਝ ਨਹੀਂ ਆਇਆ, ਇਹਦਾ ਮਤਲਬ ਹੈ ਸਾਡੇ ਸੁਣਨ ਦੇ ਵਿੱਚ ਫਰਕ ਹੈ। ਅਸੀਂ ਗੁਰੂ ਦੇ ਉਪਦੇਸ਼ ਨੂੰ ਉਵੇਂ ਨਹੀਂ ਸੁਣ ਰਹੇ ਜਿਵੇਂ ਸੁਣਨਾ ਚਾਹੀਦਾ ਹੈ। ਜਿੰਨੇ ਭਾਵਨਾ ਨਾਲ, ਜਿੰਨੇ ਅਕੀਦੇ ਨਾਲ, ਜਿੰਨੇ ਭਰੋਸੇ ਨਾਲ ਔਰ ਜਿੰਨੇ ਗਿਆਨ ਦੇ ਨਜ਼ਰੀਏ ਨਾਲ ਗੁਰੂ ਨੂੰ ਸਮਝਣਾ ਚਾਹੀਦਾ ਹੈ, ਅਸੀਂ ਗੁਰੂ ਦੇ ਉਪਦੇਸ਼ ਨੂੰ ਨਹੀਂ ਸੁਣ ਰਹੇ ਉਸ ਢੰਗ ਦੇ ਨਾਲ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੁਣੇਗਾ ਜੀਵਨ ਵਿੱਚ ਸਤ ਦਾਨ ਕਰਨ ਦੀ ਸੋਝੀ ਆਏਗੀ, ਸੰਤੋਖ ਦੀ ਸਮਝ ਆਏਗੀ, ਤੈਨੂੰ ਜੀਵਨ ਦੇ ਵਿੱਚ ਗਿਆਨ ਆ ਜਾਏਗਾ, ਸਮਝ ਆ ਜਾਏਗੀ ਇਹਨਾਂ ਚੀਜ਼ਾਂ ਦੀ। 68 ਤੀਰਥਾਂ ਦਾ ਇਸ਼ਨਾਨ ਸਤਿਗੁਰ ਦੇ ਨਾਮ ਨੂੰ ਸੁਣ ਕੇ ਤੂੰ ਅੰਤਰਾਤਮੀ ਕਰ ਲਏਗਾ। ਸੁਣ ਕੇ ਜਿਹੜਾ ਬੰਦਾ ਪੜ੍ਹ ਕੇ ਮਾਣ ਹਾਸਲ ਕਰਦਾ ਹੈ, ਤੈਨੂੰ ਮਾਣ ਵਡਿਆਈ ਗੁਰੂ ਦੇ ਸ਼ਬਦ ਨੂੰ ਸੁਣ ਕੇ ਮਿਲੇਗੀ। ਸੁਣਨ ਦੇ ਨਾਲ ਤੇਰੇ ਅੰਦਰ ਟਿਕਾਊ ਇਕਾਗਰਤਾ ਬਣੇਗੀ, ਧਿਆਨ ਤੇਰਾ ਆਤਮਕ ਅਡੋਲਤਾ ਦੇ ਵਿੱਚ ਟਿਕੇਗਾ, ਭਾਵ ਤੇਰੇ ਅੰਦਰ ਸਹਿਜ ਆ ਜਾਏਗਾ, ਆਤਮਕ ਅਡੋਲਤਾ ਆ ਜਾਏਗੀ। ਤੇਰਾ ਦਿਮਾਗ, ਤੇਰਾ ਮਨ ਕਿਤੇ ਭਟਕੇਗਾ ਨਹੀਂ, ਤੇਰੀ ਸੁਰਤ ਵਿੱਚ ਸਿਰਫ ਸਦਾ ਗੁਰੂ ਦਾ ਉਪਦੇਸ਼ ਰਹੇਗਾ। ਜੀਵਨ ਦਾ ਹਰ ਕਰਮ ਕਰਨ ਲੱਗਿਆ ਤੂੰ ਗੁਰੂ ਦੇ ਉਪਦੇਸ਼ ਨੂੰ ਜੀਵਨ ਦਾ ਆਸਰਾ ਬਣਾ ਕੇ ਜੀਏਗਾ। ਸਤਿਗੁਰ ਕਿਰਪਾ ਕਰਨ। ਸਾਧ ਸੰਗਤ, ਲਾਸਟ ਪੌੜੀ ਜਿੰਦਾ ਉਪਦੇਸ਼ ਕੱਲ ਨੂੰ ਆਪਾਂ ਸਰਵਣ ਕਰਾਂਗੇ। ਸਤਿਗੁਰ ਗੁਰੂ ਨਾਨਕ ਸਾਹਿਬ ਕਿਰਪਾ ਕਰਨ। ਸੁਣਿਆ ਦੀ ਤੀਜੀ ਪੌੜੀ ਜਪਜੀ ਸਾਹਿਬ ਜੀ ਦੀ 10ਵੀਂ ਪੌੜੀ ਦੀ ਸਮਝ ਸਤਿਗੁਰ ਆਪਣੇ ਚਰਨਾਂ ਵਿੱਚੋਂ ਬਖਸ਼ ਦੇਣ। ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ। ਕਰੋ ਕਿਰਪਾ, ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।